ਉਦੋਂ ਦਾ ਜਿਹੜਾ ਪਰਮੇਸ਼ਵਰ ਈਸ਼ਵਰ ਮੈਨੂੰ ਪਤਾ ਸੀ, ਉਹ ਮੈਨੂੰ ਵੀ ਛੱਡ ਕੇ ਭੱਜ ਗਿਆ। ਉਹ ਮੈਨੂੰ ਵੀ ਛੱਡ ਕੇ ਭੱਜ ਗਿਆ। ਤੇ ਮੇਰੀ ਬੇਨਤੀ ਹੈ ਤੇਰੇ ਅੱਗੇ, ਮੈਂ ਹੱਥ ਜੋੜਦਾ। ਮੈਂ ਕਿਹਾ ਤੁਸੀਂ ਕਹਿੰਦੇ ਸੀ ਕਿ ਉਹ ਪਹਾੜਾਂ 'ਚ ਰਹਿੰਦਾ ਏ, ਆਓ ਮੇਰੇ ਨਾਲ ਚੱਲ, ਜਿੱਥੇ ਕਿਸੇ ਨੇ ਮਿਲਣਾ ਮੈਂ ਮਿਲਾ ਦਿੰਦਾ। ਮੈਂ ਕਿਹਾ ਹੁਣ ਕਿੱਥੇ ਗਿਆ ਪਰਮਾਤਮਾ? ਮੈਨੂੰ ਮੈਂ ਕਿਹਾ 2 ਜਣੇ ਬਾਹਰ ਡਿੱਗਦੇ ਹੋਣੇ ਉੱਥੇ, ਉਹ ਮੈਨੂੰ ਜਾ ਕੇ ਉਹਨਾਂ ਨੇ ਪੁੱਛਣਾ ਇੰਨਾ ਸਮਾਂ ਬਤੀਤ ਕਰਕੇ ਆਇਆ, 3 ਮਹੀਨੇ ਥੋੜੇ ਨਹੀਂ ਹੁੰਦੇ, ਕਿੱਥੇ ਹੈ ਪਰਮਾਤਮਾ ਤੇਰਾ? ਤੈਨੂੰ ਪਤਾ ਤੂੰ ਜਾਣ ਕੇ ਨਹੀਂ ਦੱਸਦਾ। ਮੈਂ ਕਿਹਾ ਮੈਂ ਹਾਰ ਨਹੀਂ ਮੰਨੀ, ਦੱਸੋ ਮੈਨੂੰ ਪਰਮਾਤਮਾ ਕਿਹੜੇ ਪੱਥਰ ਥੱਲੇ ਆ, ਕਿਹੜੀ ਗੁਫਾ ਦੇ ਵਿੱਚ ਹੈ, ਕਿਹੜੇ ਪਹਾੜਾਂ 'ਚ? ਉਹ ਕਹਿੰਦਾ ਤੂੰ ਗੁਰੂ ਨਹੀਂ, ਤੂੰ ਮੇਰਾ ਮਹਾਂਗੁਰੂ ਹੈ। ਮੈਂ ਹੱਥ ਜੋੜਦਾ, ਮੈਨੂੰ ਛੱਡ ਦੇ। ਮੈਂ ਕਿਹਾ ਨਹੀਂ ਜੀ, ਮੈਨੂੰ ਦੱਸੇ ਬਗੈਰ ਤੁਸੀਂ ਨਹੀਂ ਜਾ ਸਕਦੇ। ਮੈਂ ਤਾਂ ਕਮਾ ਮਾਰਤਾ ਉਹਨੂੰ। ਉਹਨੇ ਤਾਂ ਆਖਰ ਕਹਿਤਾ ਮੇਰੀ ਤੂੰ ਜ਼ਿੰਦਗੀ ਖਰਾਬ ਕਰਤੀ, ਆਪਣੀ ਤਾਂ ਕੀਤੀ ਹੈ। ਮੇਰੇ ਅੱਗੇ ਹੱਥ ਜੋੜੇ ਤੇ ਕਹਿੰਦਾ ਮਹਾਰਾਜ ਮੈਨੂੰ ਉਹਦਾ ਪਤਾ ਸੀ ਕਿੱਥੇ ਆ, ਪਰ ਜਿੱਦਣ ਦਾ ਤੂੰ ਮੇਰੇ ਨਾਲ ਹੋਇਆ ਸਭ ਕੁਝ ਭੁੱਲ ਗਿਆ। ਹੁਣ ਮੈਂ ਹੱਥ ਜੋੜਦਾ, ਮੈਨੂੰ ਬਖਸ਼ ਦੇ। ਕਹਿੰਦਾ ਮੈਂ ਤੇਰੇ ਸਤਸੰਗ ਦੇ ਵਿੱਚ, ਤੂੰ ਤਾਂ ਮੇਰੇ ਸਤਸੰਗ ਦੇ ਵਿੱਚ ਨਹੀਂ ਪਹੁੰਚ ਸਕਿਆ, ਪਰ ਮੈਂ ਤੇਰੇ ਸਤਸੰਗ ਦੇ ਵਿੱਚ ਭੜਕ ਜਾਣਾ। ਜੋ ਮੈਂ ਹੱਥ ਜੋੜਦਾ, ਮੈਂ ਜਾਣਦੇ ਮੈਨੂੰ। ਕਹਿੰਦਾ ਹੁਣ ਤੂੰ ਕੋਈ ਹੋਰ ਗੁਰੂ ਲੱਭ, ਉਹਦਾ ਪਿੱਛਾ ਕਰ ਤੇ ਤੈਨੂੰ ਸੰਪੂਰਨਤਾ ਮਿਲੇ। ਮੈਂ ਝੂਠ ਬੋਲਦਾ ਸੀ। ਆਖਿਰ ਪਿਤਾ ਜੀ ਕੋਲ ਆ ਕੇ ਉਹਨਾਂ ਨੇ ਦੱਸਿਆ ਉਹ ਤਾਂ ਝੂਠਾ ਸੀ, ਤੇ ਮੇਰੇ ਨਾਲ ਝੂਠੇ ਬੰਦੇ ਕਿਉਂ ਜੁੜਦੇ ਆ? ਉਹ ਕਹਿੰਦੇ ਤੇਰੇ ਨਾਲ ਝੂਠੇ ਜੁੜਦੇ ਨਹੀਂ, ਤੂੰ ਝੂਠਿਆਂ ਨੂੰ ਸੱਚ ਦੱਸਣ ਵਾਸਤੇ ਆਇਆ ਹੈ। ਕਹਿੰਦੇ ਸੋਚਣਾ ਨਹੀਂ ਕਿ ਤੈਨੂੰ ਝੂਠੇ ਮਿਲਦੇ ਆ, ਤੂੰ ਉਹਨੂੰ ਕਹਿਣਾ ਹੈ ਕਿ ਜਿਹੜੇ ਝੂਠੇ ਤੂੰ ਰੱਖੇ ਆ ਉਹਨਾਂ ਨੂੰ ਸੱਚ ਦਿਖਾਉਣ ਵਾਸਤੇ ਮੈਨੂੰ ਹੋਰ ਸੱਚਾ ਬਣਾ। ਇਹ ਸ਼ਬਦ ਸੀ ਮੇਰੇ ਪਿਤਾ ਜੀ ਦੇ। ਇਸੀ ਤਰ੍ਹਾਂ ਬੁੱਧ ਦੇ ਜੀਵਨ ਦੇ ਨਾਲ ਹੋਇਆ। ਜਿੱਦਾਂ ਜਿੱਦਾਂ ਉਹਨੂੰ ਕੋਈ ਕਹਿੰਦਾ ਰਿਹਾ ਕਰਦੇ ਰਹੇ। ਜਿਹੜੇ ਗੁਰੂਆਂ ਕੋਲੋਂ ਰਹਿੰਦੇ ਸੀ ਉਹਦੇ ਸ਼ਿਸ਼ ਚੇਲੇ, ਉਹ ਸਾਰੇ ਬੁੱਧ ਤੋਂ ਪ੍ਰਭਾਵਿਤ ਸੀ। ਉਹ ਸੋਚਦੇ ਸੀ ਇੰਨਾ ਸਮਾਂ ਹੋ ਗਿਆ, ਇੰਨਾ ਕਠੋਰ ਤਪ ਇਹੀ ਇਨਸਾਨ ਕਰ ਰਿਹਾ, ਸਾਡੇ ਤੋਂ ਹੋਣਾ ਹੀ ਨਹੀਂ, ਸਾਡੇ ਤੋਂ ਹੋਣਾ ਹੀ ਨਹੀਂ। ਤੇ ਜੇ ਇਹਦੇ ਪਿੱਛੇ ਗੁਰੂ ਹੱਥ ਜੋੜ ਗਏ ਤੇ ਕੀ ਕਰਨਗੇ? ਤੇ ਲੋਕ ਚੇਲੇ ਗੁਰੂਆਂ ਨੂੰ ਛੱਡਣਾ ਚਾਲੂ ਕਰ ਗਏ ਸੀ। ਸਾਰਾ ਕੁਝ ਛੱਡਣਾ ਚਾਲੂ ਕਰਤਾ। ਸਾਰੇ ਗੁਰੂਆਂ ਕੋਲ ਚੇਲੇ ਭੱਜਣੇ ਚਾਲੂ ਹੋ ਗਏ ਕਿ ਇੰਨਾ ਕਠੋਰ, ਇੰਨਾ ਸੰਪੂਰਨ, ਇੰਨਾ ਸਹਿਣਸ਼ੀਲਤਾ ਵਾਲਾ ਬੰਦਾ ਵੀ ਪਰਮਾਤਮਾ ਨੂੰ ਪਾ ਸਕਦਾ, ਅਸੀਂ ਤਾਂ ਇਹ ਛਣ ਭਣ ਵੀ ਨਹੀਂ ਕਰ ਸਕਦੇ। ਉਹ ਬੁੱਧ ਨੂੰ ਇੱਕ ਬਹੁਤ ਬੜਾ ਤਪਸਵੀ ਮੰਨਦੇ ਸੀ। ਬੁੱਧ ਨੇ ਆਖਿਰ ਕੀ ਕੀਤਾ? ਉਹ ਸਾਰੀ ਵਿਧੀਆਂ ਛੋੜਤੀਆਂ, ਸਾਰਾ ਕੁਛ ਤਿਆਗਤਾ। ਜਦ ਸਾਰਾ ਕੁਛ ਛੱਡਤਾ, ਇੱਕ ਛਣ ਵੜ ਵੀ
अपने अंदर कुछ रखा नहीं। और एक रात ऐसी घटना घटी, ऐसी घटना घटी, उन्हें एक प्रतिज्ञा ले ली। गौतम बुद्ध जी ने एक ऐसी प्रतिज्ञा ले ली कि मैं हूं कुछ करना ही नहीं। उन्हें हर एक वासना त्यागती। ਅੱਗੇ ਸੱਚ ਦੀ ਖੋਜ ਪਿੱਛੇ ਤੁਰੇ ਸੀ, ਉਹਨਾਂ ਨੇ ਸੱਚ ਦੀ ਖੋਜ ਵੀ ਛੱਡਤੀ ਕਿ ਸੱਚ ਵੀ ਜਿਹੜਾ ਹੈ ਨਾ ਉਹ ਵੀ ਛੱਡਤਾ ਮੈਂ। ਉਹ ਕਹਿੰਦੇ ਹੁਣ ਨਾ ਕੋਈ ਪਦ ਦੀ ਇੱਛਾ, ਨਾ ਕੋਈ ਮੋਹ ਦੀ ਇੱਛਾ, ਨਾ ਕੋਈ ਮਮਤਾ ਦੀ ਇੱਛਾ। ਉਹ ਕਹਿੰਦੇ ਕੁਛ ਚਿੰਤਾ ਨਹੀਂ ਰੱਖਣੀ ਮੈਂ। ਬੁੱਧ ਕਹਿੰਦੇ ਹੁਣ ਕੁਛ ਪਾਣਾ ਨਹੀਂ। ਕਹਿੰਦੇ ਨਾ ਧਨ ਨਾ ਧਿਆਨ, ਮੈਂ ਹੁਣ ਕੋਈ ਇੱਛਾ ਨਹੀਂ ਰੱਖਣੀ। ਨਾ ਸੱਚ ਖੋਜਣਾ, ਨਾ ਧਨ, ਨਾ ਮਾਨ, ਨਾ ਪਦ, ਨਾ ਪਰਮਾਤਮਾ। ਕਿਸੇ ਚੀਜ਼ ਨੂੰ ਨਹੀਂ ਪਾਣੀ। ਇੱਕਦਮ ਉਹਨਾਂ ਦਾ ਜਿਹੜਾ ਚਿੱਤ ਸੀ ਨਾ ਸ਼ਾਂਤ ਹੋ ਗਿਆ, ਇੱਕਦਮ ਸ਼ਾਂਤ। ਕਿਉਂਕਿ ਜਿਹੜਾ ਤੁਹਾਡਾ ਚਿੱਤ ਹੈ ਨਾ, ਉਹ ਚਿੱਤ ਦਾ ਜਿਹੜੇ ਪ੍ਰਾਣ ਹੈ ਉਹ ਕਿਸੇ ਨਾ ਕਿਸ ਚੀਜ਼ ਨੂੰ ਪਾਉਂਦੇ ਹੈ। ਬਸ ਕੁਛ ਪਾਣਾ ਚਾਹੀਦਾ, ਕੁਛ ਪਾ ਲਓ, कुछ मिल जाए, बस कुछ पालूं, कुछ मिल जाए। कुछ ना कुछ आप जी खोजते रहंदे हो। उस दिन बुद्ध ने सब कुछ छड़ दिया और एकदम शांत हो गए, थके हारे वो वृक्ष दे थल्ले पै गए। उस रात ਬੋਧ ਨੂੰ ਜਦੋਂ ਉਹ ਦਰਖਤ ਥੱਲੇ ਵ੍ਰਿਕਸ਼ ਥੱਲੇ ਪੈ ਗਏ ਨਾ, ਕਹਿੰਦੇ ਉਸ ਦਿਨ ਬੁੱਧ ਨੂੰ ਗਿਆਨ ਹੋਇਆ। ਜਦੋਂ ਗਿਆਨ ਦੀ ਪ੍ਰਾਪਤੀ ਹੋਈ ਨਾ, ਉਹ 4 ਦਿਨ 4 ਰਾਤਾਂ ਤੇ 3 ਦਿਨ ਤੱਕ ਚੁੱਪ ਰਹੇ। ਚੁੱਪੀ ਜਿਹੜਾ ਚੁੱਪ ਸੀ ਨਾ, ਮੌਨ ਸੀ ਉਹਨਾਂ ਦਾ। ਉਹ ਚੁੱਪੀ ਇੰਨੀ ਮਧੁਰ ਸੀ, ਮੌਨ ਦੇ ਵਿੱਚ ਇੰਨਾ ਚੁੱਪ ਉਤਰੇ। ਉਹ ਬਹੁਤ ਆਨੰਦਿਤ, ਬਹੁਤ ਜ਼ਿਆਦਾ ਆਨੰਦਿਤ ਹੋ ਗਏ। 7 ਦਿਨ ਜਦੋਂ ਚੁੱਪ ਰਹੇ, ਉਹਨਾਂ ਦੀ ਬੋਲਣ ਦੀ ਇੱਛਾ ਹੀ ਨਾ ਰਹੀ, ਬੋਲਣ ਦੀ ਇੱਛਾ ਹੀ ਨਹੀਂ ਉੱਠੀ। ਬੋਲਣ ਦੇ ਇੱਛਾ ਜਾਗਰੂਕ ਨਹੀਂ ਹੋ ਪਾਈ। ਇਤਿਹਾਸ ਦੱਸਦਾ ਹੈ, ਜਦੋਂ ਬੋਲਣ ਦੀ ਇੱਛਾ ਜਾਗਰੂਕ ਨਾ ਹੋਈ ਤੇ ਸਾਰਾ ਉੱਪਰ ਦਾ ਦੇਵਲੋਕ ਕੰਬਣ ਲੱਗ ਗਿਆ। ਇਤਿਹਾਸ ਦੇ ਵਿੱਚ ਦੱਸਿਆ ਕਿ ਦੇਵਲੋਕ ਕੰਬਣ ਲੱਗ ਗਿਆ। ਬ੍ਰਹਮਾ ਔਰ ਦੇਵੀ ਦੇਵਤਿਆਂ ਨੂੰ ਜ਼ਮੀਨ ਦੇ ਉੱਤੇ ਆਉਣਾ ਪਿਆ।
और बुद्ध दे अगे बेनती की कि ब्रह्मा कहंदे कि अगर तुसी ना बोले ते परंपरा बिगड़ जाऊगी, थानू बोलना ही पैना, तुसी परंपरा बिगाड़ दोगे। इतिहास दसदा ब्रह्मा इन्ना क ज्यादा घबरा गया सी कि ब्रह्मा जी सोचन लगे कि अगर तुसी चुप रह गए ते परंपरा टुट जानी है। वो कहंदे जिहड़े बोध की प्राप्ति करने वाले इंसान है, कहंदे हजारों वर्ष बीत जन्ने हैं तद कोई मनुष्य व्यक्ति बुद्ध की प्राप्ति करता है, नहीं तो ये दास ने नहीं तो इस दास ने उस प्रभु परमात्मा की कुछ झलक पाई है, कुछ। और जिथे तक ये दास जानता है कि उम्र हजारां वर्ष बीत जन्ने हैं, बोध की प्राप्ति नहीं होंदी, प्राप्ति नहीं होंदी। अगर बुद्ध की प्राप्ति ना होवे ना, मैं वो जीव देखे हैं, मनुष्य देखे हैं, हजारां साल तक भटकते रहने हैं। उन्हां दी गर्दन भी ऐदा हो जाती है कि उपर टेढ़ी करके आसमान तक भी नहीं देख सकते। और इन्ना समा बीत जाता है, तुरन की शक्ति नहीं रहिंदी, जिवें जमीन ते सप रेंगदा है ना, उदां रेंगदे हैं। रेंगदे हैं सप की तरह। जिहड़े बुद्ध नूं प्राप्ति कर लैंदे हैं, ब्रह्मा कहंदे उहनूं आवाज देनी ही पैनी है। प्रभु परमेश्वर कहंदा जिहड़ा मौन दा मालक हो गया ना, जिन्हें अपने आप दे मन नूं चुप करा लिया, मौन कर लिया, उन्होंने परमात्मा नूं आवाज देनी ही पैनी है। और परमात्मा कहंदा उन्होंने चुप नहीं करान देना, उन्होंने बोलना पैना ही है। इतिहास दसदा ब्रह्मा सारे देवी देवतियां दे नाल इंद्र देवता समेत धरती ते आया, धरती ते आके बुद्ध दे अगे प्रार्थना की कि तुसी चुप ना बैठो, और ओदे चरनां दे विच झुके। असी देवतियां तो भी उत्ते जिहड़े बोध की प्राप्ति कर दिंदे ना, परमात्मा तो भी उत्ते गिणिया होना, क्योंकि देवतियां दे कोल मन है, देवतियां दे कोल मन है। देवता सुखी है, स्वर्ग च है, पर उन्हां दी मुक्ति नहीं हुई। समझ लियो दास दी बेनती, देवता सुखी है, स्वर्ग दे विच है, पर उन्हां दी मुक्ति नहीं हुई। देवतियां कोल सिर्फ मन है, तन नहीं। परमात्मा प्रभु दी प्राप्ति सिफत सलाह दे विच और बोध की प्राप्ति वास्ते शरीर की जरूरत है, जिहड़ा शरीर देवतियां कोल नहीं हैगा। हाँ, प्रभु परमात्मा ने उन्हां दी ड्यूटियां लाइयां, वो निभा रहे हैं, पर देवतियां दे कोल तन नहीं है। इस करके देवतियां तो ज्यादा
ਭਗਤਾਂ ਨੂੰ ਪਰਮਾਤਮਾ ਨੇ ਭਗਤਾਂ ਨੂੰ ਪਰਮਾਤਮਾ ਦਾ ਦਰਜਾ ਦਿੱਤਾ ਹੈ। ਦਰਜਾ ਦਿੱਤਾ। ਬਾਕੀ ਦੇਵਤਿਆਂ ਦੀ ਹਜੇ ਮੁਕਤੀ ਨਹੀਂ ਹੋਈ, ਉਹ ਮੋਕਸ਼ ਤੇ ਦੂਰ ਹੈ। ਤੇ ਸਵਰਗ ਦੇ ਵਿੱਚ ਇਤਿਹਾਸਕਾਰ ਇਹ ਦਾਸ ਵੀ ਦੱਸਦਾ ਤੁਹਾਨੂੰ, ਇਹ ਸੱਚਾਈ ਹੈ। ਸਵਰਗ ਦੇ ਵਿੱਚ ਕੰਕਰ ਪੱਥਰ ਨਹੀਂ ਹੈਗੇ, ਹੀਰੇ ਮੋਤੀ ਹੈ। ਜਿਹੜੇ ਸਵਰਗ ਦੇ ਵਿੱਚ ਪਹਾੜ ਹੈ ਨਾ, ਸਵਰਗ ਦੇ ਵਿੱਚ ਜਿਹੜੇ ਪਹਾੜ ਹੈ ਸ਼ੁੱਧ ਮਾਣਕ ਦੇ ਹੈ। ਸਵਰਗ ਦੇ ਵਿੱਚ ਜਿਹੜੇ ਫੁੱਲ ਹੈ ਨਾ, ਉਹ ਉੱਗਦੇ ਜ਼ਰੂਰ ਹੈ ਪਰ ਕਦੇ ਮੁਰਝਾਉਂਦੇ ਨਹੀਂ। ਪਰ ਸੰਸਾਰਿਕ ਲੋਕ ਸਮਝ ਲੈਣ, ਪਰ ਸਵਰਗ ਦੇ ਵਿੱਚੋਂ ਜਿਹੜਾ ਕੋਈ ਆਇਆ ਉਹਨੂੰ ਵੀ ਗਿਰਨਾ ਪੈਣਾ ਥੱਲੇ। ਸਵਰਗ ਮਤਲਬ ਸੁੱਖ, ਸਵਰਗ ਤੋਂ ਵੀ ਨੀਚੇ ਗਿਰਨਾ ਪੈਣਾ। ਸੁੱਖ ਔਰ ਦੁੱਖ ਇੱਕ ਹੀ ਪਹਿਲੂ ਦੇ, ਸੁੱਖ ਔਰ ਦੁੱਖ ਇੱਕ ਹੀ ਸਿੱਕੇ ਦੇ ਦੋ ਪਹਿਲੂ ਹੈ। ਕੋਈ ਸਵਰਗ 'ਚ ਹੈ ਤੇ ਕੋਈ ਨਰਕ 'ਚ ਹੈ। ਤੇ ਯਾਦ ਰੱਖਿਓ, ਜਿਹੜਾ ਨਰਕ 'ਚ ਹੈ ਉਹ ਨਰਕ ਤੋਂ ਭੱਜਣਾ ਚਾਹੁੰਦਾ, ਤੇ ਜਿਹੜਾ ਸਵਰਗ 'ਤੇ ਹੈ ਉਹ ਸਵਰਗ ਤੋਂ ਬਚਣਾ ਚਾਹੁੰਦਾ। ਪਰ ਦੋਨਾਂ ਦੇ ਵਿੱਚ ਇਹ ਚਿੰਤਾ ਦਾ ਵਿਸ਼ੇ ਬਣਿਆ ਰਹਿਣਾ ਹੈ। ਕਿਉਂਕਿ ਜਿਹੜਾ ਸਵਰਗ ਦੇ ਵਿੱਚ ਪਿਆ, ਸਵਰਗ 'ਚ ਫਸਿਆ, ਉਹ ਵੀ ਕੋਈ ਨਾ ਕੋਈ, ਸਵਰਗ 'ਚ ਜਿਹੜਾ ਫਸਿਆ ਉਹਨੇ ਕੋਈ ਨਾ ਕੋਈ ਲੋਭ ਵਾਸਤੇ ਪ੍ਰਾਪਤੀ ਕੀਤੀ ਹੈ। ਔਰ ਜਿਹੜਾ ਨਰਕ 'ਚ ਫਸਿਆ ਉਹ ਕੋਈ ਨਾ ਕੋਈ ਨਰਕ ਸੰਸਾਰ ਨੂੰ ਗਿਣਿਆ ਗਿਆ, ਜਿਹੜਾ ਮਾੜੇ ਕਰਮ ਕਰਦਾ। ਜਿਹੜਾ ਨਰਕ 'ਚ ਫਸਿਆ ਉਹਨੇ ਵੀ ਕੋਈ ਨਾ ਕੋਈ ਐਸੇ ਕੰਮ ਕੀਤੇ ਹੈ ਜਿਹਦੇ ਵਾਸਤੇ ਨਰਕ ਦੀ ਪ੍ਰਾਪਤੀ ਹੋ ਗਈ। ਹੁਣ ਕਈਆਂ ਨੇ ਸਵਰਗ ਵਾਸਤੇ ਲੋਭ ਮੋਹ ਦੇ ਵਿੱਚ ਪੈ ਕੇ ਪੁੰਨ ਕੀਤੇ ਤੇ ਸਵਰਗ ਦੀ ਪ੍ਰਾਪਤੀ ਹੋਵੇ, ਤੇ ਕਈਆਂ ਨੇ ਪਾਪ ਨੂੰ ਮਤਲਬ ਪੁੰਨ ਐਸੇ ਕਰਨ ਵਾਸਤੇ ਆਪਣੀ ਕੋਈ ਵਿਧੀਆਂ ਬਣਾ ਲਈਆਂ, ਆਪਣਾ ਸੁੱਖ ਪਾਇਆ, ਕਿਸੇ ਦੀ ਲੁੱਟ ਖੋਹ, ਡਕੈਤੀਆਂ, ਚੋਰੀਆਂ, ਹੇਰਾ ਫੇਰੀਆਂ, ਉਹਦੇ ਕਰਕੇ ਉਹਨਾਂ ਨੇ ਪ੍ਰਾਪਤੀ ਕੀਤੀ ਪਰ ਨਰਕ ਦੇ ਵਿੱਚ ਪ੍ਰਤੀਤ ਕੀਤਾ। ਦੇਵੀ ਦੇਵਤੇ ਜਦੋਂ ਸਵਰਗ ਤੋਂ ਨੀਚੇ ਬੁੱਧ ਦੇ ਚਰਨਾਂ ਦੇ ਵਿੱਚ ਆ ਕੇ ਗਿਰੇ, ਉਹਨਾਂ ਨੇ ਕਿਹਾ ਕਿ ਤੁਹਾਨੂੰ ਬੋਲਣਾ ਹੀ ਪੈਣਾ, ਤੁਸੀਂ ਬੋਲੋਗੇ ਤੇ ਫਿਰ ਗੱਲ ਬਣਨੀ ਹੈ। ਅਗਰ ਤੁਸੀਂ ਚੁੱਪ ਰਹੇ ਇਹ ਵਿਧੀ ਉਲਟ ਹੋ ਜਾਣੀ ਹੈ, ਤੇ ਤੁਸੀਂ ਚੁੱਪ ਬਹਿ ਗਏ ਤੇ ਇਹ ਪਰੰਪਰਾ ਵਿਗੜ ਜਾਣੀ ਹੈ। ਉਹ ਕਹਿੰਦੇ ਬੁੱਧ ਤਾਂ ਚੁੱਪ ਕਰਕੇ ਨਹੀਂ ਬਹਿ ਸਕਦੇ ਕਿ ਅਗਰ ਜਿਹੜੇ ਬੁੱਧ ਆ ਨਾ, ਪਰਮਾਤਮਾ ਦੀ ਪ੍ਰਾਪਤੀ ਕਰ ਲਈ ਜਿਨ੍ਹਾਂ ਨੇ, ਉਹਨੂੰ ਪ੍ਰਾਪਤ ਕਰਨ ਤੋਂ ਬਾਅਦ ਚੁੱਪ ਬੈਠ ਹੀ ਨਹੀਂ ਸਕਦੇ। ਇਸ ਕਰਕੇ ਇਸ ਦਾਸ ਤੇ ਵੀ ਬੇਨਤੀ ਆਉਂਦੀ ਹੈ, ਇਸ ਕਰਕੇ ਚੁੱਪ ਨਹੀਂ ਬੈਠ ਸਕਦੇ ਕਿਉਂਕਿ ਹਮੇਸ਼ਾ ਉਹਦੀ ਸਿਫਤ ਸਲਾਹ ਹੀ ਉਹਦਾ ਇੱਕ ਵਿਸ਼ਾ ਬਣ ਜਾਂਦਾ ਹੈ। ਬੁੱਧ ਦੇਵੀ ਦੇਵਤੇ ਕਹਿੰਦੇ ਬੁੱਧ ਨੂੰ ਆ ਕੇ ਜਿਹੜੇ ਬੋਧ ਦੀ ਪ੍ਰਾਪਤੀ ਕਰ ਲੈਂਦੇ ਆ ਨਾ, ਉਹਨਾਂ ਨੂੰ ਹਮੇਸ਼ਾ ਬੋਲਦੇ ਹੀ ਰਹਿਣਾ ਚਾਹੀਦਾ ਹੈ। ਜਿਹੜੇ ਆਪਣੇ ਆਪ ਨੂੰ ਮੌਨ ਰੱਖੋਗੇ, ਉਹਦਾ ਇਹ ਕਾਰਨ ਹੈ ਕਿ
ਜੇ ਤੁਸੀਂ ਸੋਚਦੇ ਮੈਂ ਕਿਸੇ ਨਾਲ ਗੱਲ ਨਾ ਕਰਾਂ, ਵਿਅਰਥ ਬੋਲਾਂ ਨਾ, ਚੁੱਪ ਬੋਲਾਂ, ਸੰਸਾਰਿਕ ਵਾਸਤੇ ਗੱਲ ਠੀਕ ਹੈ। ਜਿਹੜਾ ਬੁੱਧ ਦੀ ਪ੍ਰਾਪਤੀ ਕਰ ਗਿਆ ਉਹਦੇ ਲਈ ਇਹ ਗਿਆਨ ਜ਼ਰੂਰੀ ਹੈ ਕਿ ਉਹ ਵੰਡਦਾ ਰਵੇ। ਅਗਰ ਉਹ ਚੁੱਪ ਰਿਹਾ, ਕਿਉਂਕਿ ਉਹਦੇ ਅੰਦਰ ਜੋ ਗਿਆਨ ਹੈ, ਉਹ ਕਹਿੰਦੇ ਜਿੰਨਾ ਤੁਸੀਂ ਗਿਆਨ ਦਓਗੇ ਓਨਾ ਹੀ ਜ਼ਿਆਦਾ ਜਾਗਰੂਕ ਹੋਣਗੇ ਲੋਕ। ਜਿੰਨੀ ਤੁਸੀਂ ਉਹਦੀ ਪਰਮਾਤਮਾ ਦੀ ਸਿਫਤ ਸਲਾਹ ਕਰੋਗੇ ਓਨੀ ਹੀ ਸਮਝ ਲਓ ਆਪ ਜੀ ਦੀ ਬੰਦਗੀ ਵਧਣੀ ਹੈ ਤੇ ਦੁਆ ਵੀ ਉਸ ਦੀ ਪ੍ਰਾਪਤੀ ਕਰਕੇ ਬੋਧ ਦੀ ਮੋਕਸ਼ ਪ੍ਰਾਪਤ ਕਰ ਸਕਦਾ ਹੈ। ਅਗਰ ਤੁਸੀਂ ਬੋਲੋਗੇ ਤੁਹਾਡੇ ਬੋਲਣ ਨਾਲ ਕਿਸੇ ਦੇ ਜੀਵਨ 'ਚ ਭਲਾ ਹੋ ਸਕਦਾ ਹੈ। ਅਗਰ ਤੁਸੀਂ ਚੁੱਪ ਰਹੇ ਤੇ ਕਿਸੇ ਨੂੰ ਗਿਆਨ ਮਿਲਣਾ ਨਹੀਂ। ਔਰ ਤੁਸੀਂ ਅਗਰ ਸੋਚਦੇ ਆ ਮੇਰੇ ਕੋਲ ਗਿਆਨ ਕਿਸੇ ਨੂੰ ਦੇਵਾਂ ਨਾ ਤੇ ਇਹ ਵਿਅਰਥ ਹੈ। ਜਦੋਂ ਬੋਧ ਦੀ ਪ੍ਰਾਪਤੀ ਹੋ ਜੇ ਨਾ, ਖੁਦ ਪਰਮਾਤਮਾ ਹੀ ਡਿਊਟੀ ਲਾ ਦਿੰਦਾ ਹੈ ਕਿ ਜਾ ਅੱਜ ਤੋਂ ਬਾਅਦ ਸਿਫਤ ਸਲਾਹ ਤੋਂ ਇਲਾਵਾ ਤੇਰੀ ਕੋਈ ਡਿਊਟੀ ਨਹੀਂ। ਸਾਰੇ ਕੰਮਾਂ ਦੀ ਮੋਕਸ਼ ਦੀ ਪ੍ਰਾਪਤੀ ਦੇ ਦਿੰਦਾ ਹੈ ਕਿ ਇਹੀ ਤੇਰੀ ਇੱਕ ਡਿਊਟੀ ਹੈ। ਤੂੰ ਜਗਤ ਦੇ ਵਿੱਚ ਸਿਫਤ ਸਲਾਹ ਤੋਂ ਇਲਾਵਾ ਕੋਈ ਤੇਰਾ ਕੰਮ ਧੰਦਾ ਨਹੀਂ। ਚੱਤੇ ਘੜੀਆਂ ਕਣ ਕਣ ਛਣ ਛਣ, ਸਿਫਤ ਸਲਾਹ ਤੋਂ ਇਲਾਵਾ ਕੋਈ ਡਿਊਟੀ ਨਹੀਂ। ਪਰਮਾਤਮਾ ਦੇ ਚਰਨਾਂ 'ਚ, ਬੁੱਧ ਦੇ ਚਰਨਾਂ 'ਚ ਆ ਕੇ 33 ਕਰੋੜ ਦੇਵੀ ਦੇਵਤਿਆਂ ਨੇ ਪ੍ਰਾਰਥਨਾ ਕੀਤੀ ਕਿ ਤੁਸੀਂ ਚੁੱਪ ਨਾ ਬੈਠੋ, ਤੁਸੀਂ ਚੁੱਪ ਨਾ ਬੈਠੋ। ਕਹਿੰਦੇ ਜਿਹੜੇ ਸੰਸਾਰਿਕ ਬੰਦੇ ਆ ਉਹਨਾਂ ਨੂੰ ਰਸਤੇ ਬਾਰੇ ਕੁਛ ਨਹੀਂ ਪਤਾ ਹੁੰਦਾ। ਅੰਧੇਰੇ 'ਚ ਉਹ ਰਸਤਾ ਢੂੰਡਦੇ ਪਏ ਆ। ਉਹਨਾਂ ਉੱਤੇ ਕਰੁਣਾ ਕਰੋ। ਕਹਿੰਦੇ ਸਧਾਰਨ ਜਿਹੜਾ ਸੰਸਾਰਿਕ ਆਦਮੀ ਹੈ, ਸਧਾਰਨ ਸਿੰਪਲ ਸਧਾਰਨ, ਜਿਹਨੂੰ ਕੋਈ ਗਿਆਨ ਹੀ ਨਹੀਂ, ਉਹ ਵਿਅਰਥ ਬੋਲਦਾ ਹੈ। ਤੇ ਜਿਹੜੇ ਬੋਧ ਨੂੰ ਪ੍ਰਾਪਤ ਹੋ ਗਏ ਉਹਨਾਂ ਨੇ ਕਰੁਣਾ ਤੇ ਬੋਲਣਾ ਹੈ ਔਰ ਸੰਪੂਰਨ ਬੋਲਣਾ। ਸਧਾਰਨ ਜਿਹੜੇ ਆਦਮੀ ਆ ਨਾ ਸੰਸਾਰਿਕ, ਉਹ ਇਸ ਕਰਕੇ ਬੋਲਦੇ ਆ ਕਿ ਕੁਛ ਮਿਲ ਜੇ। ਵਿਅਰਥ ਬੋਲਦੇ ਆ ਕਿ ਸਾਨੂੰ ਕੋਈ ਪ੍ਰਾਪਤੀ ਹੋ ਜੇ। ਬੁੱਧ ਪੁਰਸ਼ ਜਿਹੜੇ ਇਸ ਵਾਸਤੇ ਬੋਲਦੇ ਆ ਕਿ ਕੁਛ ਵੰਡਿਆ ਜਾਵੇ, ਵੰਡ ਦਈਏ। ਸੰਸਾਰਿਕ ਬੰਦਾ ਜਦੋਂ ਬੋਲਦਾ ਹੈ ਉਹ ਤਦ ਬੋਲਦਾ ਕਿ ਸਾਨੂੰ ਕੁਛ ਮਿਲੇ, ਕੋਈ ਪ੍ਰਾਪਤੀ ਹੋ ਜੇ, ਕਿਸੇ ਨੂੰ ਪਿਆਰ 'ਚ ਕੁਛ ਮੋਹ ਮਮਤਾ 'ਚ ਪਾਊਗਾ, ਕੋਈ ਪ੍ਰੇਮ ਭਾਵਨਾ ਦੇ ਵਿੱਚ ਕਿਸੇ ਦੀ ਸਿਫਤ ਸਲਾਹ ਕਰੂਗਾ, ਫਿਰ ਉਹਦੀ ਸਿਫਤ ਹੋਊਗੀ, ਉਹ ਹੰਕਾਰ 'ਚ ਵੱਧਦਾ ਏ, ਉਹ ਵਿਅਰਥ ਬੋਲਦਾ ਹੈ। ਬੁੱਧ ਜਿਹੜੇ ਸੰਪੂਰਨ ਸੰਤ ਹੈ ਉਹਨੇ ਕਰੁਣਾ 'ਚ ਬੋਲਣਾ ਹੈ ਕਿ ਜਿਹੜਾ ਕੋਈ ਅਸੀਂ ਪ੍ਰਾਪਤ ਕੀਤਾ ਉਹ ਵੰਡ ਦੀਏ, ਵੰਡਿਆ ਜਾਵੇ। ਜਿਹੜੇ ਬੋਧ ਨੂੰ ਪ੍ਰਾਪਤ ਹੋ ਜਾਂਦੇ ਆ ਉਹ ਸੋਚਦੇ ਆ ਕਿ ਇਹ ਵੀ ਜਾਗਰੂਕ ਹੋਣ, ਪਰ ਇਹ ਜਾਗਰੂਕ ਹੋਣ ਵਾਸਤੇ ਇਹ ਸ਼ਰਤ ਪੂਰੀ ਕਰਨੀ ਪੈਂਦੀ ਹੈ। ਪਹਿਲਾਂ ਆਪਣੇ ਆਪ ਨੂੰ ਮੌਨ ਕਰਨਾ ਪੈਂਦਾ, ਆਪਣੇ ਆਪ ਦੇ ਮਨ ਨੂੰ ਸ਼ਾਂਤ ਕਰਨਾ ਪੈਂਦਾ, ਜ਼ੀਰੋ ਹੋ ਜਾਣ ਦੀ ਅਵਸਥਾ ਹੋ ਜੇ। ਜਦੋਂ ਬੋਧ ਦੀ ਪ੍ਰਾਪਤ ਹੋ ਜੇ ਬੰਦਾ ਜ਼ੀਰੋ ਹੋ ਜਾਂਦਾ, ਬੰਦਾ ਆਪਣੇ ਆਪ ਨੂੰ ਜਿੱਤ ਲੈਂਦਾ, ਵਿਜਿਆ ਪ੍ਰਾਪਤ ਕਰ ਲੈਂਦਾ ਹੈ। ਔਰ ਜਿਹੜੇ ਤੁਸੀਂ ਸ਼ਾਸਤਰ ਕਹਿ ਦਿੰਦੇ ਆ ਨਾ
ਗੀਤਾ ਦਾ ਸ਼ਾਸਤਰ, ਰਮਾਇਣ ਦਾ ਸ਼ਾਸਤਰ, ਭਾਗਵਤ ਦਾ ਸ਼ਾਸਤਰ, ਕੁਰਾਨ ਦਾ ਸ਼ਾਸਤਰ, ਜਿੰਨੇ ਵੀ ਗ੍ਰੰਥ ਹੈ, ਇਹ ਗ੍ਰੰਥ ਜਦੋਂ ਤੁਸੀਂ ਮੌਨ ਹੋ ਗਏ ਤੇ ਫਿਰ ਉਹ ਇਹੋ ਜਿਹੇ ਲੋਕਾਂ ਦੀ ਬਾਣੀ ਹੈ ਜਿਹੜੀ ਬਾਣੀ ਤੋਂ ਵੀ ਪਾਰ ਚਲ ਗਏ, ਅਪਾਰਦਰਸ਼ੀ ਹੋ ਗਏ। ਨਾਨਕ ਦੀ, 10 ਗੁਰੂਆਂ ਦੀ, ਦਸ਼ਮੇਸ਼ ਦੀ, ਬੌਧ ਦੀ, ਜੀਜਸ ਦੀ, ਮਹਾਂਵੀਰ ਦੀ, ਨਾਮਦੇਵ ਦੀ, ਕਬੀਰ ਦੀ, ਇਹ ਉਹਨਾਂ ਦੀ ਬਾਣੀ ਹੈ ਜਿਹੜੇ ਬਾਣੀ ਤੋਂ ਉੱਪਰ ਚਲ ਗਏ। ਫਿਰ ਸ਼ਾਸਤਰ ਨਿਰਮਤ ਹੁੰਦੇ ਆ, ਫਿਰ ਸ਼ਾਸਤਰ ਪੈਦਾ ਹੁੰਦੇ ਆ ਜਦੋਂ ਬੋਧ ਦੀ ਪ੍ਰਾਪਤੀ ਹੋ ਜਾਏ। ਇਹ ਸ਼ਾਸਤਰ ਆਪ ਜੀ ਦੇ ਨਹੀਂ, ਫਿਰ ਉਹਨਾਂ ਦੀ ਬਾਣੀ ਸ਼ਾਸਤਰ ਹੋ ਜਾਂਦੀ ਹੈ। ਉਹਨਾਂ ਤੋਂ ਵੇਦਾਂ ਦਾ, ਕੁਰਾਨਾਂ ਦਾ ਸ਼ਾਸਤਰ ਬਣ ਜਾਂਦੇ ਆ। ਸਭ ਤੋਂ ਪਹਿਲਾਂ ਮੌਨ ਨੂੰ ਸਾਧਨਾ, ਮੌਨ ਤੇ ਵਿਜੇ ਪਾਣੀ ਹੈ। ਆਪਣੇ ਆਪ ਨੂੰ ਸ਼ੂਨਿਆ ਕਰਨਾ ਹੈ। ਫਿਰ ਤੁਹਾਡੇ ਅੰਦਰ ਉਹ ਬਾਣੀ ਉੱਠਣੀ ਹੈ ਜਿਹਦਾ ਸਿਰਫ, ਫਿਰ ਤੁਸੀਂ ਕਿਸੇ ਨੂੰ ਡਰ ਦੇ ਕਾਰਨ ਨਹੀਂ ਬੋਲੋਗੇ, ਕਿਸੇ ਤੋਂ ਡਰ ਕੇ ਨਹੀਂ ਬੋਲੋਗੇ। ਫਿਰ ਤੁਸੀਂ ਕਿਸੇ ਤੋਂ ਮੰਗਣ ਵਾਸਤੇ ਨਹੀਂ ਬੋਲੋਗੇ ਕਿ ਸਾਨੂੰ, ਜਿਵੇਂ ਤੁਸੀਂ ਬੇਨਤੀਆਂ ਕਰਦੇ ਨਾ, ਸਾਨੂੰ ਆਹ ਦੇ ਦੇ, ਸਾਨੂੰ ਆਹ ਦੇ ਦੇ। ਫਿਰ ਕਿਸੇ ਤੇ ਮੰਗਣ ਵਾਸਤੇ ਨਹੀਂ, ਫਿਰ ਕਿਸੇ ਨੂੰ ਦੇਣ ਵਾਸਤੇ ਮੰਗੋਗੇ। ਆਪਣੇ ਆਪ ਪ੍ਰਾਪਤੀ ਨਹੀਂ ਲਓਗੇ ਉਹ ਤੋਂ ਕਿ ਸਾਨੂੰ ਆਹ ਦੇ ਦੇ। ਫਿਰ ਕਿਸੇ ਤੋਂ, ਕਿਸੇ ਨੂੰ ਦੇਣ ਵਾਸਤੇ ਉਸ ਪਰਮਾਤਮਾ ਤੋਂ ਮੰਗੋਗੇ। ਫਿਰ ਇਹ ਵੀ ਨਾ ਸੋਚੋ ਕਿ ਅਸੀਂ ਕਿਸੇ ਨੂੰ ਦੇਣਾ ਹੈ। ਜੇ ਕੋਈ ਲੈ ਲਵੇ ਤੇ ਸਮਝ ਲਓ ਉਹਦਾ ਸੁਭਾਗਿਆ ਹੈ, ਉਹਦੀ ਕਿਸਮਤ ਹੈ। ਅਗਰ ਨਾ ਲਵੇ ਤੇ ਸੋਚ ਲਓ ਫਿਰ ਵੀ ਉਹਦੀ ਕਿਸਮਤ ਹੈ। ਜੋ ਤੁਹਾਨੂੰ ਪਰਮਾਤਮਾ ਨੇ ਦਿੱਤਾ, ਜੋ ਤੁਸੀਂ ਪਾਇਆ, ਤੁਸੀਂ ਉਹਨੂੰ ਫਿਰ ਵੰਡੋਗੇ। ਪਰ ਤੁਹਾਡੇ ਤੇ ਇਹ ਕੋਈ ਉਹ ਪ੍ਰਭੂ ਪਰਮੇਸ਼ਵਰ ਦਾ ਫਤਵਾ ਲਾਗੂ ਨਹੀਂ ਹੋਣਾ ਕਿ ਤੁਸੀਂ ਜੋ ਮੈਂ ਤੁਹਾਨੂੰ ਦਿੱਤਾ ਏ ਤੁਸੀਂ ਰੱਖਿਆ ਕਿਉਂ ਆ ਓਏ, ਤੁਸੀਂ ਵੰਡਿਆ ਕਿਉਂ ਨਹੀਂ। ਫਿਰ ਤੁਸੀਂ ਵੰਡਦੇ ਜਾਓਗੇ। ਫਿਰ ਪਰਮਾਤਮਾ ਕਹੂਗਾ ਨਹੀਂ, ਜਿਹੜਾ ਤੁਹਾਨੂੰ ਮੈਂ ਦਿੱਤਾ ਤੁਸੀਂ ਛੁਪਾਇਆ, ਤੁਸੀਂ ਵੰਡਿਆ ਕਿਉਂ ਨਹੀਂ। ਇਸ ਕਰਕੇ ਬੋਧ ਦੀ ਪ੍ਰਾਪਤੀ ਕਰਨ ਵਾਸਤੇ ਮੌਨ ਹੋਣਾ ਜ਼ਰੂਰੀ ਹੈ। ਆਪਣੇ ਮਨ ਨੂੰ ਮੌਨ ਕਰੋ, ਸ਼ਾਂਤ ਕਰੋ। ਜਿਹੜਾ ਕੰਤੂ ਪਰੰਤੂ ਐਰਾ ਵਗੈਰਾ ਫਜ਼ੂਲ ਬਾਣੀ, ਫਜ਼ੂਲ ਸ਼ਬਦ ਬੋਲਦਾ ਰਹਿੰਦਾ ਹੈ, ਫਿਰ ਆਪ ਜੀ ਨੂੰ ਉਸ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਹੋਊਗੀ। ਫਿਰ ਦਇਆ ਕਿਰਪਾ ਹੋਊਗੀ। ਬੋਧ ਨੂੰ ਇਸ ਤਰ੍ਹਾਂ ਬੋਧ ਦਾ ਗਿਆਨ ਹੋਇਆ ਤੇ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਉਸ ਪ੍ਰਭੂ ਪਰਮਾਤਮਾ ਦੀ ਸਿਫਤ ਸਲਾਹ ਬਣਨੀ ਚਾਲੂ ਕੀਤੀ। ਜਿਹੜੇ ਉਹਦੇ ਪ੍ਰੇਮੀ ਸੀ, ਮਿੱਤਰ ਸੀ, ਉਹ 5 ਭਿਕਸ਼ੂ ਸੀ। ਜਦੋਂ ਉਹ 5 ਭਿਕਸ਼ੂਆਂ ਨੇ ਦੇਖਿਆ ਕਿ ਬੋਧ ਨੇ ਇੰਨਾ ਆਪਣੇ ਆਪ ਦੇ ਸਰੀਰ ਨੂੰ ਕਸ਼ਟ ਦੇ ਕੇ ਪਰਮਾਤਮਾ ਦੀ ਆਸਥਾ ਦੇ ਵਿੱਚ ਬਹੁਤ ਹੈ, ਉਹ ਇਹਦੀ ਬਹੁਤ ਇੱਜ਼ਤ ਕਰਦੇ ਸੀ।
ਉਹ ਆਪਣੇ ਗੁਰੂ ਨੂੰ ਛੱਡ ਕੇ ਬੁੱਧ ਦੇ ਨਾਲ ਹੋ ਗਏ ਸੀ। ਜਦੋਂ ਖਾਣਾ ਪੀਣਾ ਛੱਡਿਆ ਤਾਂ ਇਹਦੀ ਬਹੁਤ ਜ਼ਿਆਦਾ ਇੱਜ਼ਤ ਕਰਦੇ ਸੀ ਕਿ ਸਾਡੇ ਤੋਂ ਏਦਾਂ ਕਦੇ ਹੋ ਨਹੀਂ ਪਾਉਣਾ, ਕਿ ਇੰਨੀ ਸ਼ਰਧਾ, ਇੰਨਾ ਪਰਮਾਤਮਾ ਲਈ ਵਰਦਾਨ, ਇੰਨੀ ਸ਼ਰਧਾ। ਉੱਥੇ ਦੀ ਇੱਕ ਛਤਰੀਆ ਦੀ ਪੁੱਤਰੀ ਸੀ, ਗੰਜਨਾ। ਜਦੋਂ ਉਹਨੇ ਦੇਖਿਆ ਬੁੱਧ ਦੇ ਸਰੀਰ ਦੀਆਂ ਹੱਡੀਆਂ ਨਿਕਲਣ ਲੱਗ ਗਈਆਂ ਤੇ ਉਹ ਗੰਜਨਾ ਨੇ ਬੁੱਧ ਨੂੰ ਆਪਣੇ ਹੱਥੋਂ ਖੀਰ ਬਣਾ ਕੇ ਤੇ ਬੇਨਤੀ ਕੀਤੀ, ਹੇ ਪਰਮੇਸ਼ਵਰ, ਕਿ ਤੁਸੀਂ ਆਪਣੇ ਸਰੀਰ ਨੂੰ ਏਦਾਂ ਕਸ਼ਟ ਦਓਗੇ ਤੇ ਕਿੱਦਾਂ ਪਰਮਾਤਮਾ ਦੀ ਪ੍ਰਾਪਤੀ ਹੋਊਗੀ? ਇਹ ਤਾਂ ਨਸ਼ਟ ਹੋ ਜਾਊਗਾ। ਬੜਾ ਸਮਾਂ ਹੋ ਗਿਆ ਨਹੀਂ ਕੁਛ ਖਾਧਾ ਤੇ ਤੁਸੀਂ ਇਸ ਦੀ ਹੱਟ ਛੱਡ ਦੋ ਤੇ ਮੈਂ ਆਪ ਜੀ ਵਾਸਤੇ ਖੀਰ ਲਿਆਈ ਹਾਂ। ਇਹ ਖੀਰ ਨੂੰ ਗ੍ਰਹਿਣ ਕਰੋ, ਤੋੜ ਦੋ ਵਰਤ ਆਪਣੇ। ਤੇ ਬੁੱਧ ਨੇ ਜਦੋਂ ਇਸ ਚੀਜ਼ ਬਾਰੇ ਗਿਆਤ ਹੋਇਆ ਤੇ ਉਹਨਾਂ ਨੇ ਆਖਿਆ, ਅਗਰ ਏਦਾਂ ਅੱਠ ਕੀਤਾ ਸਰੀਰ ਨਸ਼ਟ ਹੋ ਗਿਆ। ਜਿਹੜੇ ਸੱਚ ਨੂੰ ਜਾਣਨਾ ਚਾਹੁੰਦਾ ਉਹਨੂੰ ਜਾਣ ਨਹੀਂ ਪਾਉਣਾ ਮੈਂ। ਅਗਰ ਸਰੀਰ ਹੈ ਫਿਰ ਹੀ ਸੱਚ ਨੂੰ ਜਿੱਤ ਪਾਊਂਗਾ ਮੈਂ, ਫਿਰ ਹੀ ਦੱਸ ਪਾਊਂਗਾ ਇਸ ਜਗਤ ਨੂੰ। ਉਹਨਾਂ ਨੇ ਖੀਰ ਦੀ ਪ੍ਰਾਪਤੀ ਕਰ ਲਈ। ਜਦੋਂ ਉਹਨਾਂ ਨੇ ਖੀਰ ਦੀ ਪ੍ਰਾਪਤੀ ਕਰ ਲਈ ਤੇ ਜਿਹੜੇ ਉਹਦੇ 5 ਭਿਕਸ਼ੂ ਸੀ ਨਾ, ਉਹਨਾਂ ਨੇ ਸੋਚਿਆ ਕਿ ਹੁਣ ਬੁੱਧ ਨਹੀਂ ਰਿਹਾ। ਇਹਨੇ ਤਾਂ ਆਪਣਾ ਵਰਤ ਤੋੜਤਾ, ਇਹ ਹੁਣ ਬੁੱਧ ਕਹਾਉਣ ਦੇ ਲਾਇਕ ਨਹੀਂ। ਜਿਹਨੂੰ ਅਸੀਂ ਇੰਨਾ ਸਮਾਨ ਦਿੰਦੇ ਸੀ ਉਹਨੇ ਅੰਨ ਪਾਣੀ ਖਾ ਲਿਆ। ਜਿਹਦੀ ਅਸੀਂ ਇੰਨੀ ਪ੍ਰਸ਼ੰਸਾ ਕਰਦੇ ਸੀ ਉਹਨੇ ਆਪਣੇ ਆਪ ਦਾ ਵਰਤ ਤੋੜਤਾ। ਹੁਣ ਇਹ ਬੁੱਧ ਦੀ ਪ੍ਰਾਪਤੀ ਨਹੀਂ ਕਰ ਸਕਦਾ। ਉਸੀ ਰਾਤ ਜਦੋਂ ਬੁੱਧ ਦੀ ਪ੍ਰਾਪਤੀ ਹੋਈ, ਦਰਖਤ ਦੇ ਥੱਲੇ, ਤੇ ਬੁੱਧ ਨੇ ਸਭ ਤੋਂ ਪਹਿਲਾਂ ਜੋ ਬੁੱਧ ਦੀ ਪ੍ਰਾਪਤੀ ਹੋਈ ਸੀ ਸੋਚਿਆ ਕਿ ਇਹ ਭਿਕਸ਼ਾ ਨੂੰ, ਜਿਹੜੇ 5 ਭਿਕਸ਼ੂ ਮੇਰੇ ਨਾਲ ਸੀ, ਉਹਨਾਂ ਨੇ ਮੇਰੀ ਬਹੁਤ ਸੇਵਾ ਕੀਤੀ ਹੈ। ਸਭ ਤੋਂ ਪਹਿਲਾਂ ਮੈਂ ਉਹਨਾਂ ਨੂੰ ਜਾ ਕੇ ਦੱਸਾਂ ਕਿ ਮੈਨੂੰ ਬੁੱਧ ਦੀ ਪ੍ਰਾਪਤੀ ਹੋ ਗਈ। ਗੌਤਮ ਬੁੱਧ ਸੋਚਦੇ ਆ, ਜਦੋਂ ਮੇਰੇ ਕੋਲ ਕੁਛ ਹੈ ਨਹੀਂ ਸੀ, ਜਦ ਮੇਰੇ ਨਾਲ ਸੀ, ਹੁਣ ਅਗਰ ਮੇਰੇ ਕੋਲ ਕੁਛ ਹੈ ਤੇ ਹੁਣ ਉਹ ਮੇਰੇ ਕੋਲ ਨਹੀਂ। ਜਦੋਂ ਬਹੁਤ ਉਹਨਾਂ ਦੇ ਅੰਦਰ ਆਸਥਾ ਸੀ ਕਿ ਸਾਨੂੰ ਇਹ ਤੋਂ ਕੁਛ ਮਿਲੂਗਾ, ਹੁਣ ਦੇਣ ਨੂੰ ਹੈ ਤੇ ਹੁਣ ਲੈਣ ਨੂੰ ਕੋਈ ਨਹੀਂ। ਉਹਨਾਂ ਨੂੰ ਲੱਭਦੇ ਨੌਮਨੀ ਚੱਲ ਗਈ। ਸ਼ਹਿਰ ਸੀ ਉੱਥੇ, ਉਹ ਸ਼ਹਿਰ ਦਾ ਨਾਮ ਨੌਮਨੀ ਸੀ, ਜਿੱਥੇ ਬੁੱਧ ਨੂੰ ਜਨਮ ਦਾ ਸਥਾਨ ਸੀ। ਨੌਮਨੀ ਔਰ ਸੋਨਾਪੁਰੀ ਇੱਕ ਹੋਰ ਸ਼ਹਿਰ ਸੀ, ਜਿੱਥੇ ਬੁੱਧ ਨੂੰ
ਬੁੱਧ ਨੇ 5 ਬ੍ਰਿਕਸ਼ਾਂ ਨੂੰ ਗਿਆਨ ਦੀ ਪ੍ਰਾਪਤੀ ਦਿੱਤੀ। ਸੋਨਾਪੁਰੀ ਜਦੋਂ ਪਤਾ ਲੱਗਿਆ ਭਿਕਸ਼ੂ ਉੱਥੇ ਹੈ, ਜਦੋਂ ਭਿਕਸ਼ੂਆਂ ਨੇ ਦੇਖਿਆ ਬੋਧ ਆ ਰਿਹਾ, ਭ੍ਰਸ਼ਟ ਕਿਹਾ ਗਿਆ ਗੌਤਮ ਨੂੰ। ਕਹਿੰਦੇ ਇਹ ਭ੍ਰਸ਼ਟ ਗੌਤਮ ਹੈ। ਭ੍ਰਸ਼ਟ ਮਤਲਬ ਜਦੋਂ ਕਿਸੇ ਚੀਜ਼ ਨੂੰ ਦੁਤਕਾਰਦੀ ਹੈ ਨਾ, ਖੰਡਿਤ ਹੋ ਗਈ, ਉਹਨੂੰ ਭ੍ਰਸ਼ਟ ਕਹਿੰਦੇ ਆ। ਕਹਿੰਦੇ ਭ੍ਰਸ਼ਟ ਗੌਤਮ ਮਾਰਿਆ। ਕਹਿੰਦੇ ਕਿਸੇ ਨੇ ਇਹਨੂੰ ਪ੍ਰਣਾਮ ਨਹੀਂ ਕਰਨਾ, ਕਿਸੇ ਨੇ ਇਹਨੂੰ ਬੈਠਣੇ ਨਹੀਂ ਕਰਨਾ, ਕਿਸੇ ਨੇ ਇਹਦਾ ਸਤਿਕਾਰ ਨਹੀਂ ਕਰਨਾ। ਜਦੋਂ ਗੌਤਮ ਬੁੱਧ ਗਏ ਨਾ ਉਹਨਾਂ ਕੋਲ, ਤੇ ਉਹਨਾਂ ਨੇ ਨਜ਼ਰਾਂ ਥੱਲੇ ਕਰ ਲਈਆਂ ਤੇ ਗੌਤਮ ਨੇ ਕਿਹਾ ਇੱਕ ਵਾਰੀ ਮੇਰੀ ਅੱਖਾਂ 'ਚ ਦੇਖੋ ਤਾਂ ਸਹੀ। ਹੁਣ ਇਹ ਗੌਤਮ ਨਹੀਂ, ਗੌਤਮ ਬੋਧ ਹੋ ਗਿਆ ਹੈ, ਮਨੂੰ ਬੋਧ ਦੀ ਪ੍ਰਾਪਤੀ ਹੋਈ ਹੈ। ਜੋ ਮੈਨੂੰ ਪ੍ਰਾਪਤੀ ਹੋਈ ਹੈ, ਮੈਂ ਤੁਹਾਨੂੰ ਵੀ ਉਸ ਚੀਜ਼ ਦੀ ਪ੍ਰਾਪਤੀ ਕਰਾਉਣ ਵਾਸਤੇ ਆਇਆ। ਮੇਰੀ ਤਰਫ ਇੱਕ ਵਾਰੀ ਦੇਖੋ। ਜਦੋਂ ਗੌਤਮ ਬੁੱਧ ਕੰਨੀ ਉਹ 5 ਭਿਕਸ਼ੂਆਂ ਨੇ ਦੇਖਿਆ ਤੇ ਉਹਦੇ ਚਰਨਾਂ 'ਚ ਗਿਰ ਗਏ। ਤੇ ਸਭ ਤੋਂ ਪਹਿਲਾ ਬੋਧ ਦੀ ਪ੍ਰਾਪਤੀ ਦਾ ਗਿਆਨ ਉਹ 5 ਭਿਕਸ਼ੂਆਂ 'ਚ ਵੰਡਿਆ ਬੋਧ ਨੇ। ਉਹ ਤੋਂ ਬਾਅਦ ਬੋਧ ਦੀ ਪ੍ਰਾਪਤੀ ਹੋਈ ਉਹ 5 ਨੂੰ। ਇਸ ਤਰ੍ਹਾਂ ਬੋਧ ਨੇ ਆਪਣੇ ਧਰਮ ਨੂੰ ਅੱਗੇ ਤੋਰਿਆ। ਔਰ ਜਿਸ ਤਰ੍ਹਾਂ ਸ੍ਰਿਸ਼ਟੀ ਦੇ ਵਿੱਚ ਉਸ 33 ਕਰੋੜ ਦੇਵੀ ਦੇਵਤਿਆਂ ਦਾ ਆਉਣਾ ਸੀ, ਬੁੱਧ ਦੇ ਚਰਨਾਂ ਦੇ ਵਿੱਚ ਝੁਕਣਾ ਸੀ ਤੇ ਬੋਧ ਨੇ ਸਾਰੇ ਜਗਤ ਨੂੰ ਜਾਗਰੂਕ ਕਰਨਾ ਸੀ। ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਆਪ ਜੀ ਨੂੰ ਕੱਲ ਵੀ ਬੇਨਤੀ ਕੀਤੀ ਸੀ, ਗੌਤਮ ਬੁੱਧ ਦਾ ਇਤਿਹਾਸ ਬਹੁਤ ਗਹਿਰਾਈ ਵਾਲਾ ਹੈ। ਹੁਣ ਕੱਲ ਸਵੇਰੇ 2 ਘੰਟੇ ਦਾ ਫਿਰ ਸਮਾਗਮ ਕਰਾਂਗੇ। 2 ਘੰਟੇ ਤੋਂ ਪਹਿਲਾਂ ਹੀ ਸ਼ਾਇਦ ਪ੍ਰਭੂ ਪਰਮੇਸ਼ਵਰ ਆਪਣੀ ਸਿਫਤ ਸਲਾਹ, ਮੁੱਕਣੀ ਤਾਂ ਉਹਦੀ ਹੈ ਨਹੀਂ ਕਦੇ, ਇਸ ਵਿਸ਼ੇ ਦੇ ਉੱਤੇ ਸ਼ਾਇਦ ਸਮਾਪਤੀ ਹੋਵੇ। ਇੱਕ ਦਿਨ ਹੋਰ ਦਾਸ ਰਹੂਗਾ, ਫਿਰ ਹੋਰ ਵਿਸ਼ੇ ਤੇ ਵੀ ਗੱਲਾਂ ਬਥੇਰੀਆਂ। ਸਾਧ ਸੰਗਤ ਜੀਓ, ਇਸ ਦਾਸ ਤੋਂ ਅਨ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਗਈਆਂ ਹੋਣ, ਮਾਫ ਕਰਿਓ। ਕੱਲ ਬੋਧ ਦੇ ਗਿਆਨ ਦਾ ਜੀਵਨ ਹੋਣਾ ਅੱਗੇ, ਕਿਸ ਤਰ੍ਹਾਂ ਉਹਨਾਂ ਨੇ ਇਸ ਮਨੁੱਖ ਜੀਵਨ ਨੂੰ ਜਾਗਰੂਕ ਕੀਤਾ, ਇਹ ਹੁਣ ਤੱਕ ਦੀ ਯਾਤਰਾ ਸੀ ਉਹਨਾਂ ਦੀ। ਕੱਲ ਬਹੁਤ ਗਹਿਰਾਈ ਦਾ ਵਿਸ਼ੇ ਹੋਣਾ ਉਹਨਾਂ ਦਾ। ਸਾਧ ਸੰਗਤ ਜੀ ਨੂੰ ਬੇਨਤੀ ਹੈ ਕਿ ਆਪ ਜੀ ਇਸੀ ਤਰ੍ਹਾਂ ਸ਼ਾਂਤੀਪੂਰਵਕ ਉਸ ਪਰਮਾਤਮਾ ਨੂੰ ਆਪਣੇ ਆਪ 'ਚ ਵਸਾ ਕੇ ਜਾਗਰੂਕ ਹੋਣ ਦੀ ਕਿਰਪਾਲਤਾ ਕਰੋ ਜੀ। ਇਸ ਦਾਸ ਤੋਂ ਅਨ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਗਈਆਂ ਹੁਣ, ਮਾਫ ਕਰਿਓ। ਲੰਗਰ ਦੀ ਅਵਸਥਾ ਬਣੀ ਹੋਈ ਹੈ। ਸਾਧ ਸੰਗਤ ਜੀ, ਆਪ USA ਵਾਲਿਆਂ ਨੂੰ ਤਾਂ ਡਿਸਿਪਲਿਨ 'ਚ ਕਹਿਣ ਦੀ ਵੀ ਇਸ ਦਾਸ ਦੀ ਹਿੰਮਤ ਨਹੀਂ ਹੁੰਦੀ। ਤੁਹਾਨੂੰ ਡਿਸਿਪਲਿਨ ਤੋਂ ਬਾਹਰ ਕਹੀਏ ਕਿ ਤੁਸੀਂ ਬਾਹਰ ਹੋ, ਤੇ ਫਿਰ ਵੀ ਅੱਛਾ ਲੱਗਦਾ ਉਸ ਸਤਿਗੁਰੂ ਦੀ ਹਜ਼ੂਰੀ ਦੇ ਵਿੱਚ। ਡਿਸਿਪਲਿਨ ਤਾਂ ਉਹਦਾ ਹੀ ਹੈ, ਉਹਦੀ ਹਜ਼ੂਰੀ ਦੇ ਵਿੱਚ ਉਹ ਆਪ ਹੀ ਕਿਰਪਾ ਕਰੇ। ਆਪਾਂ ਪ੍ਰੇਮ ਭਾਵਨਾ ਦੇ ਵਿੱਚ ਰਹਿ ਕੇ ਪ੍ਰੇਮੀਆਂ ਨੂੰ ਬੇਨਤੀ ਕੱਲ ਵੀ ਕੀਤੀ ਸੀ, ਜਦੋਂ ਲੰਗਰ ਪੰਡਾਲ ਦੇ ਵਿੱਚ ਵਰਤਾਇਆ ਜਾਂਦਾ ਹੈ
ਤੇ ਸਾਰੇ ਸ਼ਬਦ ਦਾ ਆਪਣੇ ਮੌਨ ਦੇ ਅੰਦਰ ਜਾਪ ਕਰਦੇ ਰਹਿਣ। ਜੇ ਕੋਈ ਪ੍ਰੇਮੀ ਨੇ ਕਿਸੇ ਵਸਤੂ ਨੂੰ ਮੰਗਣਾ ਹੈ, ਲੈਣਾ ਹੈ, ਉਹ ਵੀ ਕਿਸੇ ਪਰਮਾਤਮਾ ਦੇ ਨਾਮ ਦਾ ਆਰਾਜ ਕਰਕੇ ਫਿਰ ਹੀ ਆਵਾਜ਼ ਮਾਰੇ। ਬਾਕੀ ਇਸ ਦਾਸ ਵੱਲੋਂ ਜੀ ਹਾਂਜੀ ਹਾਂਜੀ ਠੀਕ ਹੈ। ਬਾਕੀ ਬੇਨਤੀ ਕੀਤੀ ਜਾਂਦੀ ਹੈ। ਪ੍ਰੇਮੀ ਸਾਰੇ ਕਹਿ ਰਹੇ ਸੀ ਕਿ ਲੰਗਰ ਦੇ ਵਿੱਚ ਝੂਠ ਕਈ ਛੱਡ ਦਿੰਦੇ ਹੈ ਤੇ ਆਪ ਜੀ ਬੇਨਤੀ ਕਰਿਓ। ਤੇ ਆਪ ਜੀ ਨੂੰ ਬੇਨਤੀ ਹੈ, ਮਾਫ ਕਰਿਓ, ਮੇਰੇ ਲਈ ਦੇਸ਼ ਵਿਦੇਸ਼ ਦੀ ਕੋਈ ਸੰਗਤ ਨਹੀਂ, ਪਰ ਇੰਡੀਆ ਤੋਂ ਆਏ ਹੋਏ ਲੋਕਾਂ ਨੂੰ ਬੇਨਤੀ ਹੈ। ਮੈਂ ਕੱਲ ਦੇਖਿਆ ਸੀ ਪੰਡਾਲ ਦੇ ਵਿੱਚ ਇੰਡੀਆ ਤੋਂ ਆਏ ਹੋਏ ਸੰਗਤ ਝੂਠ ਛੱਡ ਗਈ ਸੀ ਕੱਲ। ਤੇ ਬੇਨਤੀ ਹੈ ਭੈਣਾਂ ਨੂੰ, ਮੇਰੀ ਮਾਵਾਂ ਨੂੰ, ਭਰਾਵਾਂ ਨੂੰ, ਮੇਰੇ ਬਜ਼ੁਰਗਾਂ ਨੂੰ ਕਿ ਆਪ ਓਨਾ ਹੀ ਲੰਗਰ ਦਾ ਪ੍ਰਸ਼ਾਦ ਲਓ ਜਿੰਨਾ ਕੁ ਆਪ ਛਕ ਸਕਦੇ ਹੋ। ਬਹੁਤ ਬਹੁਤ ਧੰਨਵਾਦ ਜੀ ਇਸ ਦਾਸ ਜੀ ਨੂੰ। ਕੱਲ ਫਿਰ ਪ੍ਰਭੂ ਪਰਮਾਤਮਾ ਆਪ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਵਾਉਣ ਦੀ ਕਿਰਪਾਲਤਾ ਕਰੇ। ਫਿਰ ਆਪ ਜੀ ਨੂੰ ਦੱਸਦਾ, ਗੌਤਮ ਬੁੱਧ ਜੀ ਦਾ ਕੱਲ ਜਾਗਰੂਕ ਇਤਿਹਾਸ ਬਹੁਤ ਬਹੁਤ ਡੀਪਲੀ ਹੈ ਤੇ ਕੱਲ ਜ਼ਿਆਦਾ ਤੋਂ ਜ਼ਿਆਦਾ ਸਮਝਣ ਦੀ ਔਰ